ਇੱਕ ਬਹੁਤ ਹੀ ਈਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸ਼੍ਰੀ ਰਿਪੁਦਮਨ ਮਲਹੋਤਰਾ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸ਼੍ਰੀਮਤੀ ਮੀਰਾ ਮਲਹੋਤਰਾ, ਸ਼ਿਵਕਰਨ ਮਲਹੋਤਰਾ, ਅੰਜੂ ਮਲਹੋਤਰਾ, ਅਸ਼ੋਕ ਮਲਹੋਤਰਾ, मीना मल्होत्रा, प्रदुमन मल्होत्रा, नरेश मल्होत्रा, मीना दुग्गल, तरसेम दुग्गल, मनीष मल्होत्रा, श्वेता मल्होत्रा, आशुतोष मल्होत्रा, रितिका त्रेहन, दीपक त्रेहन, प्रणव मल्होत्रा, वरुण मल्होत्रा, राजीव मल्होत्रा, मनीत दुग्गल, गौतम दुग्गल ਅਤੇ ਸਮੂਹ ਮਲਹੋਤਰਾ ਅਤੇ ਦੁੱਗਲ ਪਰਿਵਾਰ ਵੱਲੋਂ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਮੇਨ ਬਾਜ਼ਾਰ ਸ਼ਾਹਕੋਟ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਡਤ ਜੀ ਵੱਲੋਂ ਜੀਵਨ ਅਤੇ ਮੌਤ ਦੀਆਂ ਸੱਚਾਈਆਂ ਬਾਰੇ ਚਾਨਣਾ ਪਾਇਆ ਅਤੇ ਸਭ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ। ਸ਼੍ਰੀ ਰਿਪੁਦਮਨ ਮਲਹੋਤਰਾ ਜੀ ਦਾ ਜਨਮ ਪਿਤਾ ਸ਼੍ਰੀ ਸੁਭਾਸ਼ ਚੰਦਰ ਮਲਹੋਤਰਾ ਜੀ ਦੇ ਘਰ ਮਾਤਾ ਸ਼੍ਰੀਮਤੀ ਪੁਸ਼ਪਾ ਰਾਣੀ ਮਲਹੋਤਰਾ ਜੀ ਦੀ ਕੁੱਖੋਂ 22 ਅਗਸਤ 1955 ਨੂੰ ਵਡਾਲਾ ਨਕੋਦਰ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ, ਸੁਘੜ, ਸਿਆਣੇ ਅਤੇ ਨੇਕ ਦਿਲ ਇਨਸਾਨ ਸਨ। ਆਪਣੀ +2 ਤੱਕ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਆਪ ਜੀ ਨੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਕੀਤੀ। ਸ਼੍ਰੀ ਮਲਹੋਤਰਾ ਜੀ ਆਪਣੇ ਹਰ ਕੰਮ ਨੂੰ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਿਆ ਕਰਦੇ ਸਨ। ਆਪ ਜੀ ਨੇ ਆਪਣੀ ਇਮਾਨਦਾਰੀ ਦੀ ਬਦੌਲਤ ਆਪਣੇ ਕੰਮ ਵਿੱਚ ਬਹੁਤ ਉન્નਤੀ ਹਾਸਿਲ ਕੀਤੀ ਅਤੇ ਇਲਾਕੇ ਵਿੱਚ ਖੂਬ ਨਾਮਣਾ ਖਟਿਆ। ਆਪ ਜੀ ਦਾ ਵਿਆਹ 10 ਮਈ 1980 ਨੂੰ ਸ਼੍ਰੀਮਤੀ ਮੀਰਾ ਮਲਹੋਤਰਾ ਜੀ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ 2 ਪੁੱਤਰਾਂ ਮਨੀਸ਼ ਮਲਹੋਤਰਾ ਅਤੇ ਆਸ਼ੂਤੋਸ਼ ਮਲਹੋਤਰਾ ਅਤੇ ਬੇਟੀ ਰਿਤਿਕਾ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੀ ਬੇਟੀ ਆਪਣੇ ਸਹੁਰੇ ਘਰ ਸ਼੍ਰੀ ਦੀਪਕ ਤ੍ਰੇਹਨ ਜੀ ਹੁਣਾਂ ਨਾਲ ਖੁਸ਼ੀ ਵਿਆਹਤਾ ਜੀਵਨ ਬਤੀਤ ਕਰ ਰਹੀ ਹੈ ਅਤੇ ਆਪ ਜੀ ਦੇ ਬੇਟੇ ਮਨੀਸ਼ ਮਲਹੋਤਰਾ ਜੀ ਅਤੇ ਆਸ਼ੂਤੋਸ਼ ਮਲਹੋਤਰਾ ਜੀ ਆਪੋ ਆਪਣੇ ਕਾਰੋਬਾਰ ਵਿੱਚ ਨਾਮਣਾ ਖੱਟ ਰਹੇ ਹਨ ਅਤੇ ਆਪਣੇ ਪਿਤਾ ਜੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਉਹਨਾਂ ਦੇ ਨਾਮ ਨੂੰ ਉੱਚਿਆਂ ਚੁੱਕ ਰਹੇ ਹਨ। ਸ਼੍ਰੀ ਰਿਪੁਦਮਨ ਮਲਹੋਤਰਾ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਆਪ ਜੀ ਗਊ ਭਗਤ ਸਨ ਅਤੇ ਗਊਸ਼ਾਲਾ ਕਮੇਟੀ ਸ਼ਾਹਕੋਟ ਦੇ ਮੈਂਬਰ ਸਨ। ਆਪ ਜੀ ਜਾਨਵਰਾਂ ਨੂੰ ਬਹੁਤ ਹੀ ਪਿਆਰ ਕਰਨ ਵਾਲੀ ਸ਼ਖਸੀਅਤ ਸਨ ਅਤੇ ਗਊ ਸੇਵਾ ਨੂੰ ਉੱਤਮ ਸੇਵਾ ਮੰਨਦੇ ਸਨ। ਜਿੱਥੇ ਸ਼੍ਰੀ ਰਿਪੁਦਮਨ ਮਲਹੋਤਰਾ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ, ਉੱਥੇ ਹੀ ਆਪ ਜੀ ਇੱਕ ਸੋਸ਼ਲ ਵਰਕਰ ਵੀ ਸਨ ਅਤੇ ਸ਼ਾਹਕੋਟ ਵਿੱਚ ਮਿਸ਼ਨ ਹਸਪਤਾਲ ਨੂੰ ਬਣਾਉਣ ਵਿੱਚ ਆਪ ਜੀ ਦਾ ਉੱਘਾ ਯੋਗਦਾਨ ਸੀ। ਆਪ ਜੀ ਹਰ ਗਰੀਬ ਦੀ ਹਮੇਸ਼ਾ ਹੀ ਲੋੜ ਪੈਣ ਤੇ ਮਦਦ ਕਰਦੇ ਅਤੇ ਆਪ ਜੀ ਹਰ ਸਾਲ ਆਈਜ਼ ਕੈਂਪ ਦਾ ਆਯੋਜਨ ਵੀ ਕਰਿਆ ਕਰਦੇ ਸਨ, ਜਿਸ ਵਿੱਚ ਲੋੜਵੰਦ ਮਰੀਜ਼ਾਂ ਦੇ ਮੁਫਤ ਆਪਰੇਸ਼ਨ ਅਤੇ ਉਹਨਾਂ ਨੂੰ ਲੈਂਸ ਮੁਹੱਈਆ ਕਰਵਾਏ ਜਾਂਦੇ ਸਨ। ਸ਼੍ਰੀ ਰਿਪੁਦਮਨ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚ ਲੈਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਇਨ੍ਹਾਂ ਸਾਰੇ ਸੰਸਕਾਰਾਂ ਤੇ ਆਪ ਜੀ ਦੇ ਦੋਨੋਂ ਸੁਪੁੱਤਰ ਮਨੀਸ਼ ਮਲਹੋਤਰਾ ਜੀ ਅਤੇ ਆਸ਼ੂਤੋਸ਼ ਮਲਹੋਤਰਾ ਜੀ ਚੱਲ ਰਹੇ ਹਨ। ਆਪ ਜੀ ਦਾ ਸਮੁੱਚਾ ਪਰਿਵਾਰ ਬਹੁਤ ਹੀ ਮਿੱਠ ਬੋਲੜਾ ਪਰਿਵਾਰ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਹੈ। ਸ਼੍ਰੀ ਰਿਪੁਦਮਨ ਮਲਹੋਤਰਾ ਜੀ ਹੁਣਾਂ ਨੇ ਚਾਹੇ ਬਹੁਤ ਥੋੜੀ ਜ਼ਿੰਦਗੀ ਇਸ ਦੁਨੀਆ ਤੇ ਬਸਰ ਕੀਤੀ, ਪਰ ਆਪਣੀਆਂ ਅਮਿੱਟ ਯਾਦਾਂ ਛੱਡੀਆਂ। अर्जुन अर्जुन अर्थ उल्टे जानती जब जन अचल धृति से किया प्राण इंद्रिय की सभी धारण करने के योग से धृति शुद्ध सात्विक है तभी आसक्ति से बल कामना प्रिय धर्म अर्थ व काम है धारण किए जिसे उसी का लाभ से धृति नाम है तामस वही धृति पार्थ जिसे स्वपन भय उन्माद को तस्ता नहीं बुद्धिमान शोक और विषाद को अब सुन त्रिविध सुख भेद भी जिसके सदा अभ्यास से सब दुख का कर अंत अर्जुन जन उसी में जाव से आरंभ विषय सुदासम किंतु मधु परिणाम है जो आत्मबुद्धि प्रसाद सुख
सात्विक उसी का नाम है। राजस्व सुख है कि जो इंद्रिय विषय संयोग से, पहले सुदासन अंत में विस्तुल्य हो फल भोग से। आज से 13 रोज पहले रात्रि को लगभग 1:30-2 वो अपने इस सांसारिक कर्म को, फर्ज को, ड्यूटी को, अपने श्वासों को भोगते हुए प्रभु चरणों में जा विराजी। उस आत्मा की शांति के निमित्त मल्होत्रा परिवार ने अपने घर में श्री गरुड़ पुराण जी का पाठ कथा रखवाया, जिसका कि आज भोग पड़ रहा है। भोग के अवसर पर आप सभी को यहाँ पर बुलाया है ताकि आप, मैं और सभी मिल करके उस आत्मा की शांति के निमित्त भगवान से अरदास प्रार्थना करें, ताकि भगवान उस आत्मा को अपने चरणों में स्थान प्रदान करें। क्योंकि मरने के उपरांत जितने भी कर्म किए जाते हैं ये सब आत्मा की शांति के लिए किए जाते हैं। शरीर का कर्म जब आत्मा इस शरीर को छोड़ देता है तो उस शरीर को अग्नि के अर्पण कर दिया जाता है और वो शरीर जो है अग्नि के द्वारा अपने अंदर ग्रहण कर लिया जाता है। लेकिन उसके बाद के जितने भी कर्म हैं सब वो आत्मा की शांति के निमित्त होते हैं। परिवार ने बड़े प्रेम से, श्रद्धा से, आस्था से जो सनातन धर्म का विधि विधान है उसके अनुसार हरिद्वार में जाकर के उस आत्मा की शांति के निमित्त पिंडदान आदि जो सनातन धर्म की रीति उसके अनुसार करवाया। आज हम विचार और चिंतन करने के लिए यहाँ विराजमान हुए हैं कि ये आत्मा जो है ये क्या है, शरीर क्या है। मरने वाला चला जाता है लेकिन पीछे बहुत सारे सवाल छोड़ जाता है कि अपने कर्तव्यों को आदमी पूरा करके क्यों नहीं जाता, बीच में ही क्यों चला जाता है। कई गर्भ में ही चले जाते हैं, कई बचपन में ही चले जाते हैं, कई जवानी में चले जाते हैं और कई बूढ़े होने के बाद भी नहीं जाते। उनके लिए गौदान करवाई जाती है और न जाने क्या क्या गीता का पाठ करवाया जाता है ताकि इसकी मुक्ति हो जाए, लेकिन फिर भी प्राण नहीं छूटते हैं। लेकिन कई संतों जैसी जिंदगी व्यतीत करते हैं संसार में आकर के, किसी से कोई बैर नहीं रखते, किसी ज्यादा मोह नहीं रखते, संसार में आते हैं, अपने कर्तव्यों को जितना हो सका उतना पूरा किया, बाकी जो बच गए वो तो हमारे कर्म हैं। लेकिन वो अपने कर्मों को जितने वो लेकर के आया था उतने पूरी करके चला जाता है। लेकिन संतों जैसी जिंदगी, रिपुदमन जी यहाँ पर आए, उनका जीवन एक खुली किताब की तरह था। किसी के साथ कोई बैर विरोध मैंने करते नहीं देखा। अगर किसी ने उनका विरोध किया भी, लेकिन वो उनका प्रत्युत्तर नहीं देते थे, हंस करके राम राम कह देते या फिर कह देते कि भगवान की इच्छा है। और ऐसी ही उनकी मृत्यु भी, उनको कोई किसी प्रकार का कष्ट दुख सहन नहीं करना पड़ा ज्यादा। हाँ, मृत्यु के समय थोड़ा बहुत तो कष्ट होता ही है, लेकिन वो ज्यादा नहीं, सिर्फ 5, 10, 15 मिनट का। और उसके उपरांत भगवान के चरणों में जा विराजे। आत्मा अपने उस शरीर को छोड़ करके भगवान के चरणों में जा विराजे। तो प्रभु प्रेमी भक्तजनों, यहाँ पर आप सभी और मैं आत्मा के लिए विचार करने के लिए बैठे हैं। संत महापुरुषों ने जो हमारे सामने विचार रखे हैं अपने, उनकी जिंदगी का तजुर्बा वो मैं आपके सामने रख रहा हूँ। बड़े प्रेम से आप भी श्रवण करेंगे, क्योंकि आए हैं सो जाएंगे। राजा रंग फकीर, एक सिंहासन चढ़े चले और एक बंधे जंजीर। इस संसार में जो भी आया है
वो चला गया, यहाँ कोई नहीं रहा। लेकिन आदमी को जरा विचार करना चाहिए कि ये जीवन कितना है। हम तेल मेल में पूरी जिंदगी व्यतीत कर देते हैं, लेकिन महापुरुष और सदग्रंथ हमें कुछ और शिक्षा देते हैं कि ये तेरा है, ये मेरा है, ये झूठी चाल जग की है, मोह ममता जाल में फंसकर यूं ही जीवन गंवाएगा। ये मेरा 4 दिन का है तो रिश्ता छोड़ जाएगा, रिश्ता तोड़ जाएगा। वक्त पर धोखा दे बैठे बने फिरते जो तेरे हैं। आज हमें बुरे कार्यों के लिए जो प्रेरणा दे रही है, पाप करने के लिए जो प्रेरणा दे रही है इंद्रियां, और अपने जो बने हुए हैं यानी कि यार दोस्त, बुरे यार दोस्त, वक्त पर धोखा दे बैठे बने फिरते जो तेरे हैं। किए हैं कर्म जो तुमने उन्हीं का फल तो पाएगा। ये मेला 4 दिन का है तो रिश्ता तोड़ जाएगा। और संत कहते हैं कि अभी बिगड़ी नहीं कुछ भी, अभी समय बाकी है। जो बीत गई उसको छोड़ दो, अभी समय है, अपना सुधार कर लो, अपने कर्मों को सुधार लो। अभी बिगड़ी नहीं कुछ भी, कर्म अच्छे कमा ले तुम। समझ प्यारे तेरा शुभ ही कर्म तुझको बचाएगा, तेरा किया हुआ शुभ कर्म ही तेरे को बचाएगा। और तेरे द्वारा अपना मनुष्य अपना शत्रु आप है और मित्र भी आप ही है। जो शुभ कर्म करता है, शास्त्र के मुताबिक चलता है, सदग्रंथों के मुताबिक चलता है, अपने गुरु के मुताबिक चलता है, माता पिता के कहे अनुसार चलता है, तो वो अपना मित्र आप है। और जो अपने माता पिता की, गुरुओं की और सदग्रंथों की भी नहीं मानता, तो वो अपना शत्रु आप है। उसको कितने कष्ट भोगने पड़ते हैं, ये सदगुरु पुराण ने कथा के माध्यम से परिवार में सुना। किसे अपना बनाता है तो किससे दिल लगाता है। इंसान किसे अपना बनाता है तो किससे दिल लगाता है। कोई साथी नहीं तेरा, तुम उपड़ा मोड़ जाएगा। न कर अभिमान ऐ मूर्ख, तो दुनिया छोड़ जाएगा। यह मेला 4 दिन का है तो रिश्ता तोड़ जाएगा। क्योंकि न जाने कितनी योनियां, शास्त्रों के मुताबिक 84 लाख योनियां भोगने के बाद में मनुष्य की योनि मिलती है। और यदि कोई बुरे कर्म करके मनुष्य बनता है तो वह चांडाल आदि की योनि में पैदा होता है। कईयों को हम देखते हैं जन्म से ही कोढ़ लगा होता है, जन्म से कोई काना होता है, जन्म से अंधा होता है, जन्म से लगड़ा लूला होता है। उन्होंने कौन सा पेट में बुरा कर्म कर दिया, लेकिन यहाँ से पहचान होती है कि ये पिछले जन्म में बुरे कर्म करके आया है। एक माता पिता, उसके संतान 2, 4, 5 संतानें, लेकिन सभी का कर्म, सभी के भाग्य अलग अलग होते हैं। इसलिए आदमी को विचार करना है अपने ऊपर कि कैसे कर्म करूं कि मैं बंधन में ना पड़ूं। क्योंकि कर्म अच्छे या बुरे वो बंधन का कारण है। यदि बुरे कर दिए तो भोगने के लिए यहाँ मातृलोक में आना पड़ेगा। यदि अच्छे कर्म किए तो भी स्वर्ग में जाकर के हमको भोग करके वापिस यही मातृलोक में आना पड़ेगा। मुक्ति का कारण तो केवल ज्ञान है, और वो ज्ञान मिलता है गुरु से। संत महापुरुष हमें कहते हैं, शिक्षा देते हैं कि नहीं चाहिए दिल दुखाना किसी का, नहीं चाहिए दिल दुखाना किसी का। सदा ना रहा है और सदा ना रहेगा ये जमाना किसी का। नहीं चाहिए दिल दुखाना किसी का, नहीं चाहिए दिल दुखाना किसी का। सदा ना रहा है और सदा
दिल दुखाना किसी का नहीं चाहिए, दिल दुखाना किसी का। कि आएगा बुलावा तो जाना पड़ेगा, सर तुझको आखिर झुकाना पड़ेगा। आदमी की अकड़, अभिमान, अहंकार समय आने पर सब कुछ झुक जाता है। उससे पहले ही झुकना सीख लेना चाहिए। गुरुओं के सामने, संत महापुरुषों के सामने, भगवान के सामने, अपने माता पिता बड़े बुजुर्गों के सामने जो झुक जाता है वो पुण्य प्राप्त कर लेता है, वो सीख जाता है बड़े बुजुर्गों की सीख को। और जो सब कुछ देखते, पहचानते हुए, जानते हुए भी ऐसा कर्म, शुभ कर्म नहीं करता, तो उसको आखिर में फिर झुकना पड़ता है धर्मराज के, यमराज के सामने। इसलिए संत महापुरुष कहते हैं कि भाई कि आएगा बुलावा तो जाना पड़ेगा, सर तुझको आखिर झुकाना पड़ेगा। वहां ना चलेगा, वहां ना चलेगा, बहाना किसी का नहीं चाहिए, दिल दुखाना किसी का नहीं चाहिए, दिल दुखाना किसी का। सदा ना रहा है और सदा ना रहेगा, ये जमाना किसी का नहीं चाहिए, दिल दुखाना किसी का। 1 लाख नाग, 1 लाख भूत, 1.25 लाख नाती, उस रावण घर दीवा ना पाती। इसलिए जरा विचार करो कि बहुत बड़े विद्वान थे और बहुत बड़े वो राजा थे, लेकिन समय आया तो सब कुछ मिट्टी में मिल गया, कुछ भी पास में नहीं रहा, कोई पिंडदान करने वाला भी नहीं बचा। एक विभीषण, क्यों? क्योंकि वो भगवान के भक्त थे, उन्होंने अपने कर्तव्यों की पूर्ति की। जिसको लात मार करके बाहर निकाल दिया था, उसी ने उस भाई के पिंडदान करवाए थे, और वो भी भगवान के कहने पर। इसलिए कि दुखा दे किते परनाले बंदिया, सुख दे लई न चुड़ी, संबस दी ने खले अधेड़ी, मंसूर चढ़ाया सूड़ी, रावण मारे ते कंस पछाड़े, जिना कीती हुक्म अदुली, बड़े बड़े सुजान जो दुर्गे बंदिया, तो केड़े बाल की बूढ़ी। विचार करो, बड़े बड़े राजे सिकंदर यहाँ से चले गए, हमारी तो औकात क्या है, जाना तो एक दिन है, और समय का भी कोई पता नहीं है, क्योंकि मृत्यु ना तो बच्चे को देखती है, न जवान को देखती है, गर्भस्थ बच्चे को भी नहीं देखती है। जब समय आता है और जब स्थान आता है तो अपने साथ में ले जाती है। हम तो समय की भट्टी में पक रहे हैं और मृत्यु के ग्रास हैं, जब समय आएगा तो वो मृत्यु आकर के हमें खा देगी। इसलिए संत महापुरुष क्या कहते हैं, सुनिए कि शोहरत तुम्हारी बह जाएगी, दौलत तुम्हारी रह जाएगी, शोहरत तुम्हारी बह जाएगी, दौलत तुम्हारी रह जाएगी, नहीं साथ जाना, ओ नहीं साथ जाना, खजाना किसी का नहीं चाहिए, दिल दुखाना किसी का नहीं चाहिए, दिल दुखाना किसी का। सदा ना रहा है,
दुखाना किसी का, नहीं चाहिए दिल दुखाना किसी का। ਆਪਾਂ ਸਾਰੇ ਇਸ ਸੋਗਮਈ ਮਜਲਿਸ ਦੇ ਵਿੱਚ ਸਾਡੇ ਵੱਡੇ ਭਾਈ ਸਾਹਿਬ ਰਿਪੂਦਮਨ ਮਲਹੋਤਰਾ ਜੀ ਨੂੰ ਆਖਰੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇੱਥੇ ਇਕੱਠੇ ਹੋਏ ਹਾਂ। ਮੈਂ ਸਮਝਦਾ ਬੜਾ ਬਾਣੀ ਦਾ ਜਿਹੜੀ ਤੁਕ ਆ बड़ी स्टीक बैठी नदी किनारे बंगला, नदी किनारे बगला बैठा केल करे, केल करेंदे हंज नूं अचिंते बाल कोई भी इंसान अपने नितनेम तो बाद घर विच परिवार विच खाना खाधा, छोटे छोटे बच्चों के नाल अपने परिवार के दिनचर्या की गलबात की, पर पता नहीं सी सवेर नहीं होनी। अगा अपनी मौत से कोई बशर नहीं, समान 100 वर्ष का पल की खबर नहीं। बेशक संसार एक मुसाफिर खाना, क्योंकि रिपुदमन मल्होत्रा जी ने अपनी संसारिक यात्रा को तकरीबन 64 साल की उम्र से अधूरी छड़ के चले गए। मरल खाए मंडल में आए। जो इंसान पैदा होता दो चीज़ां लैके पैदा होता, एक शरीर ते एक साह। शरीर इत्थे छड़ जाता, साह जड़े जो इंसान तो शरीर चो निकल जाते वो खत्म हो जाते। परिवार को नहीं, इलाके में, सानू सारिਆਂ ਨੂੰ बहुत बड़ा घाटा पिया। साडे भाभी जी मीरा जी बैठे, जो किसी औरत का पति बेशक परिवार जिन्ना मर्जी वधिया हो, मुसाफिर का साथ जरूरी है दोस्तों, वरना बहुत बुरी है सहारा जी। बैठे वकील साहब, बाकी भी मेरे छोटे दोनों भरा, मैं समझदा भरावां दीयां बाहां जदों टुटदियां उन्हां नूं पता लगदा, पर इस तो भी उपर साडी मां पलकों के खूहों के गुरुए ने, जोड़े हंझू आ बोल नहीं सकते, पर हंझू अपना बयान, दुख का बयान दर्द महसूस करते। जो मां के बैठे एक पुत चले जाता वा, मैं समझदा दुनिया के उस तो प्रकोप भारी वस्तु नहीं, कर कुछ नहीं सकते, बोलने में बहुत कुछ है, क्योंकि अज का इस पंजाब के समय का काठा मार का कट
जिन्ने पंडाल दे विच सज्जन मित्र रिश्तेदार इत्थे बैठे, उस तो ज़्यादा मैं समझदा मेरे सामने बाहर भी बैठे। इलाके दी सारियां मेहनत शख्सियतां इस परिवार के दुख नूं घटाउण दे लई इत्थे आईयां। उन्हां दा अपने वल्लों परिवार वल्लों मैं भी धन्नवाद करदा। कुछ सोपमते परिवार के दुख नूं घटाउण दे लई सियासी ते समाजिक संस्थावां वालों आए आ। सिर्फ मैं उन्हां दा नाम ही संस्थावां दा पढ़ के दसूंगा। किरणदीप जी धीर शहरी प्रधान भी है, साडे उगे कांग्रेसी नेता भी है। नकोदर तो परिवार के नाल बहुत नजदीक की रिश्ते हैं। मनरीक दुग्गल जी ADA साहब विजिलेंस ब्यूरो जलंधर के, वो भी परिवार के बहुत नेड़े की रिश्तेदारी है। सरदार हरबंस सिंह जी चंदी उगे समाज सेवक, वो भी आए, उन्होंने शोकमता भी आया। सारे साडे नगर पंचायत शाहपुर के कौंसलर साहबान, क्योंकि सारे इतने हाजिर हैं, उन्होंने भी धन्यवाद। साडे चाचा जी मित्तल साहब बैठे हैं, साबका प्रधान नगर पंचायत स्टेट के मैंबर भी है, भारतीय जनता पार्टी के, वो भी बैठे हैं। बार प्रेसिडेंट दीपक जी भी बैठे हैं। इन्हों के सारे साथी इतने आए हुए हैं, उन्होंने भी धन्यवाद। किशोर कुमार जी डिस्ट्रिक्ट सैशन जज अमृतसर, वो भी आए, उन्होंने भी धन्यवाद। सुखविंदर सिंह जी सीनियर जज फगवाड़ा, कुलदीप सिंह चीमा जी एडिशनल सैशन जज नवांशहर, उन्होंने भी इतने पहुंचने से बहुत बहुत धन्यवाद। APS स्कूल उन्होंने वालों भी शोकमता आया। क्लॉथ मर्चेंट एसोसीएशन के प्रधान बैजनाथ जी अग्रवाल, उन्होंने वालों भी शोकमता आया। यात्रा लंगर सेवा समिति वालों गाबा साहब वालों, उन्होंने वालों भी शोकमता आया। धीर साहब को मैं पहले बोलता, पवन अग्रवाल जी जोड़े मंडी कमेटी के प्रधान भी है, कौंसलर भी है, उन्होंने भी शोकमता आया। सेंट मनु कॉन्वेंट स्कूल प्रिंसीपल स्टाफ ते मैनेजमेंट कमेटी, उन्होंने वालों भी शोकमता आया। महिला शक्ति संस्था, उन्होंने वालों भी शोकमता आया। बार प्रेसिडेंट का मैं पहलों बोलता, धन्यवाद। हनुमान मंदिर कमेटी वालों ताराचंद जी, कपिल कुमार गुप्ता जी वाइस चेयरमैन मार्केट कमेटी शाहपुर, सुरेंद्रजीत सिंह जी चट्ठा चेयरमैन मार्केट कमेटी शाहपुर, रामगढ़िया एजुकेशन सोसाइटी उन्होंने प्रेसिडेंट त्रिलोक रूपरा जी, मिशन हॉस्पिटल वालों भी शोकमता आया। हरिनाम संकीर्तन मंडली शाहपुर, उन्होंने वालों भी शोकमता आया। इन्होंने संस्थावां का परिवार वालों बहुत बहुत धन्यवाद। मैं बेनती करता साढ़े सरदार बचित्र सिंह जी कुहाड़ हल्का इंचार्ज अकाली दल ओम ते 2 मिनट लिए शरदा के फुल भेट कर बचित्र सिंह जी कुहाड़। साढ़े बहुत ही सत्कारयोग श्री रिपू दमन जी को शरदा के फुल भेंट करना है।
ਸਾਧ ਸੰਗਤ ਜੀ, ਜੈ ਸ਼੍ਰੀ ਰਾਮ। ਮੈਂ ਬੈਠਾ ਸੋਚ ਰਿਹਾ ਸੀਗਾ ਕਿ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਉਹ ਕੈਸੀ ਹੈ। ਆਪਾਂ ਸਾਰੇ ਜਾਣੇ ਜਿੰਨੇ ਆਪਾਂ ਇਸ ਹਾਲ 'ਚ ਬੈਠੇ ਹਾਂ, ਅੱਜ ਤੋਂ 20 ਸਾਲ ਦਾ 10 ਸਾਲ ਦਾ ਪਲਾਨ ਕਰਕੇ ਆਪਾਂ ਸਾਰੇ ਬੈਠੇ ਹੁੰਦੇ ਹਾਂ, ਪਰ ਜਿਹੜੀ ਹੱਥ ਦੀ ਰੇਖਾ ਹੈ ਜਾਂ ਜਿੰਨੇ ਸਵਾਸ ਪਰਮਾਤਮਾ ਨੇ ਦਿੱਤੇ ਨੇ, ਉਹਦਾ ਪਤਾ ਵੀ ਨਹੀਂ ਸ਼ਾਇਦ ਅਗਲਾ ਵੀ ਆਵੇ ਕਿ ਨਾ ਆਵੇ। ਤੇ ਮੈਨੂੰ ਬੈਠੇ ਨੂੰ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਜਿਹੜਾ ਯਾਦ ਆਇਆ। ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਖੇਲ ਕਰੇ, ਕੇਲ ਕਹਿੰਦੇ ਹੰਝ ਨੂੰ ਅਚਿੰਤੇ ਬਾਜ ਪਏ ਤੇ ਸਰਬ ਕੇ ਕੇਲਾਂ ਵਿਸਰੀਆਂ, ਜੋ ਮਨ ਚਿਤਨਾ ਚਿਤ ਸੰਸੋ ਗਾਲੀ ਰਹਾ। ਅੱਜ ਆਪਾਂ ਬੈਠੇ ਹਾਂ ਕਿ ਕਿਸੇ ਨੂੰ ਪਰਿਵਾਰ ਵਾਲਿਆਂ ਨੂੰ ਜਾਂ ਕਿਸੇ ਸਾਡੇ ਨੂੰ ਜਾਂ ਕਿਸੇ ਨੂੰ ਵੀ ਕੋਈ ਚੇਤਾ ਸੀ ਨਹੀਂ ਅੱਜ ਆਪਾਂ ਇੱਥੇ ਬੈਠਾਂਗੇ। ਸਾਰਾ ਕੁਝ ਹੁਕਮ ਹੈ ਪਰਮਾਤਮਾ ਦਾ, ਜੋ ਉਹ ਕਹਿੰਦੇ ਨੇ ਕਿ ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ। ਜੋ ਪਰਮਾਤਮਾ ਨੇ ਕਰਨਾ ਹੈ ਉਹੀ ਹੋਣਾ। ਪਰ ਗੱਲ ਇਹ ਹੈ ਵੀ ਜਦੋਂ ਇਨਸਾਨ ਇਸ ਦੁਨੀਆ ਤੇ ਆਉਂਦਾ ਹੈ, ਉਹਦਾ ਫਰਜ਼ ਕੀ ਬਣਦਾ ਹੈ, ਉਹਦੀਆਂ ਡਿਊਟੀਆਂ ਕੀ ਬਣਦੀਆਂ, ਉਹ ਸਮਝਣੀਆਂ ਚਾਹੀਦੀਆਂ। ਅੱਜ ਜਿਸ ਤਾਦਾਦ 'ਚ ਆਪਾਂ ਇਸ ਸ਼ੋਕ ਸਭਾ 'ਚ ਬੈਠੇ ਹਾਂ, ਮੈਂ ਮਹਿਸੂਸ ਕਰ ਸਕਦਾ ਕਿ ਰਿਪੂ ਦਮਨ ਜੀ ਹੋਣਾ ਨੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਤੇ ਆਪਣਾ ਜਿਹੜਾ ਜੀਵਨ ਆ ਉਹ ਸਹੀ ਰਸਤੇ ਤੇ ਹੁੰਦਿਆਂ ਹੋਇਆ ਬਤੀਤ ਕੀਤਾ। ਕਿਉਂਕਿ ਬਹੁਤ ਵੱਡੀ ਗੱਲ ਆ ਇੰਨਾ ਤੱਕ ਇਹ ਸ਼ੋਕ ਸਭਾ ਤੇ ਹੋਣਾ। ਬਾਕੀ ਜੇ ਪਰਿਵਾਰ ਦੀ ਗੱਲ ਕਰ ਲਈਏ, ਪਰਿਵਾਰ ਤੇ ਜਿਹੜਾ ਪਹਾੜ ਡਿੱਗਿਆ ਉਹਦੇ ਵਾਸਤੇ ਜੋ ਉਹਨਾਂ ਨੂੰ ਦੁੱਖ ਹੈ ਉਹ ਮੇਰੇ ਕੋਲ ਲਫ਼ਜ਼ ਨਹੀਂ ਹੈ। ਉਹਨਾਂ ਦੇ ਵਾਈਫ, ਉਹਨਾਂ ਦੇ ਦੋਵੇਂ ਬੇਟੇ ਬੇਟੀਆਂ, ਉਹਨਾਂ ਦੇ ਮਾਤਾ ਨੇ, ਸਾਡੇ ਸਭ ਤੋਂ ਵੱਡੇ ਬਜ਼ੁਰਗ ਪੁਸ਼ਪਾ ਰਾਣੀ ਜੀ, ਮੈਂ ਸਮਝਦਾ ਵੀ ਜੋ ਉਹਨਾਂ ਤੇ ਬਤੀਤ ਹੋਇਆ ਵਾ ਨਹੀਂ ਹੋ ਸਕਦਾ ਕਿਸੇ ਦਾ। ਇਹ ਮੈਂ ਮਹਿਸੂਸ ਕਰਦਾ ਵੀ ਇਹ ਇੱਕ ਉਹਨਾਂ ਤੇ ਬਹੁਤ ਵੱਡਾ ਕਸ਼ਟ ਆਇਆ ਵਾ, ਜਿਹਦੀ ਪੀੜ ਜਿੰਨਾ ਚਿਰ ਉਹਨਾਂ ਦੀ ਜ਼ਿੰਦਗੀ ਆ ਉਹ ਘੱਟ ਨਹੀਂ ਹੋ ਸਕਦੀ। ਪਰ ਮੈਂ ਬਹੁਤਾ ਸ਼ਬਦ ਨਾ ਬੋਲਦਾ ਹੋਇਆ, ਬਹੁਤਾ ਲੰਬਾ ਨਾ ਜਾਂਦਾ ਹੋਇਆ, ਇੱਕ ਚੀਜ਼ ਜ਼ਰੂਰ ਦੱਸ ਦੇਵਾਂ ਕਿ ਇਹ ਪਰਿਵਾਰ ਜਿਹੜਾ ਹੈ ਸਰਦਾਰ ਅਜੀਤ ਸਿੰਘ ਕੁਹਾੜ ਸਾਹਿਬ ਨਾਲ ਇਹਨਾਂ ਦਾ ਬਹੁਤ ਗੂੜਾ ਰਿਸ਼ਤਾ ਤੇ ਨਾਤਾ ਰਿਹਾ। ਉਹਨਾਂ ਦੇ ਜਾਣ ਮਗਰੋਂ ਤੇ ਮੈਨੂੰ ਆਪਣੇ ਬੱਚਿਆਂ ਵਾਂਗੂ ਇਹਨਾਂ ਸਾਰਿਆਂ ਨੇ ਸਮਝਿਆ, ਭਤੀਜਿਆਂ ਨੂੰ, ਭਰਾਵਾਂ ਨੂੰ, ਸਾਰਿਆਂ ਨੇ ਸਮਝਿਆ। ਪਰ ਜੋ ਅੱਜ ਹੋਇਆ ਇਹ ਗੁਰੂ ਮਹਾਰਾਜ ਦੇ ਹੱਥ ਪਾਸੇ, ਆਪਣੇ ਹੱਥ ਪਾਸ ਨਹੀਂ। ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਉਹ ਵਿਛੜ ਚੁੱਕੀ ਨੂੰ ਆਪਣੇ ਚਰਨਾਂ 'ਚ ਨਿਵਾਸਾਂ ਬਖਸ਼ੇ। ਪਿੱਛੋਂ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ, ਭਾਈਚਾਰੇ ਨੂੰ ਜਿਹੜਾ ਭਾਣਾ ਵਾਪਰਿਆ, ਕਿਉਂਕਿ ਭਾਣਾ ਮੰਨਣਾ ਬੜਾ ਔਖਾ, ਜਦੋਂ ਆਪ ਤੇ ਆਉਂਦੀ ਹੈ ਫਿਰ ਪਤਾ ਲੱਗਦਾ। ਜਿਹੜਾ ਭਾਣਾ ਵਾਪਰਿਆ ਉਹ ਭਾਣਾ ਮੰਨਣ ਦਾ ਬਲ ਬਖਸ਼ਿਤ ਆਉਣ ਵਾਲਾ ਸਮਾਂ ਇਹ ਸਾਰਾ ਪਰਿਵਾਰ, ਜਿਵੇਂ ਰਿਪੂ ਦਮਨ ਜੀ ਹੋਣੀ, ਸਾਡੇ ਵੱਡੇ ਬਜ਼ੁਰਗ ਆਪਣੀ ਮਾਤਾ ਜੀ ਦੇ ਦਿਖਾਏ ਹੋਏ ਰਸਤੇ ਤੇ ਚੱਲਦੇ ਰਹਿੰਦੇ, ਸਾਰਾ ਪਰਿਵਾਰ ਉਹਨਾਂ ਤੋਂ ਸਲਾਹ ਲੈ ਕੇ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲੇ ਤਾਂ ਆਪਣੇ ਵੱਡੇ ਬਜ਼ੁਰਗਾਂ ਦਾ ਨਾਮ ਰੋਸ਼ਨ ਕਰੀਏ। ਕਹਿੰਦਾ ਹੋਇਆ ਕਿ ਮੈਂ ਮੰਨਦਾ ਹਾਂ। ਜੈ ਸ਼੍ਰੀ ਬਾਰ ਪ੍ਰੈਜ਼ੀਡੈਂਟ ਦੀਪਕ ਸ਼ਰਮਾ ਜੀ, ਉਹਨਾਂ ਅੱਗੇ ਬੇਨਤੀ ਕਰਦਾ, ਦੀਪਕ ਸ਼ਰਮਾ ਜੀ ਆਪਣੇ ਵੱਲੋਂ, ਬਾਰ ਵੱਲੋਂ ਸਾਰੇ ਵੀਰ ਸਾਹਿਬਾਨ ਬੈਠੇ ਆ, ਚੰਦ ਲਫ਼ਜ਼ ਸ਼ਰਧਾ ਦੇ ਫੁੱਲ ਭੇਟ ਕਰਨਗੇ। ਦੀਪਕ ਸ਼ਰਮਾ। परम पूजनीय पंडित जी, आज की शोक सभा हाजर प्रभु प्रेमी भक्तों, जय श्री राम। अज आप सारे बहुत ही दुखी मन के नाल
ਸਾਡੇ ਵੱਡੇ ਵੀਰ ਰਿਪੂ ਦਮਨ ਮਲਹੋਤਰਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ, ਜੋ ਆਪਣੀ ਜ਼ਿੰਦਗੀ ਦਾ ਸਫ਼ਰ ਅਧੂਰਾ ਛੱਡ ਕੇ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ, ਆਪਣੇ ਭਰਾਵਾਂ ਨੂੰ ਤੇ ਆਪਣੀ ਸਤਿਕਾਰਯੋਗ ਮਾਂ ਨੂੰ ਰੋਂਦੇ ਕਰਲਾਉਂਦਿਆਂ ਛੱਡ ਕੇ ਪਰਲੋਕ ਗਮਨ ਕਰ ਗਏ। ਰਿਪੂ ਦਮਨ ਮਲਹੋਤਰਾ ਜੀ ਇੱਕ ਬਹੁਤ ਹੀ ਵਧੀਆ ਇਨਸਾਨ, ਬੜੇ ਹੀ ਸ਼ਾਂਤ ਸੁਭਾਅ ਦੇ ਮਾਲਕ ਤੇ ਪਰਮਾਤਮਾ ਦਾ ਨਾਮ ਲੈਣ ਵਾਲੇ। ਜਿਵੇਂ ਕਿ ਪਿਛਲੇ ਸਾਲ 2 ਸਾਲ ਤੋਂ ਉਹਨਾਂ ਦਾ ਜਿਹੜਾ ਰੁਝਾਨ ਸੀ ਉਹ ਜ਼ਿਆਦਾਤਰ ਸੇਵਾ ਵਾਲੇ ਪਾਸੇ ਲੱਗ ਗਿਆ। ਇੰਨੀ ਵੱਡੀ ਜਾਇਦਾਦ ਦੇ ਮਾਲਕ ਹੋਣ ਦੇ ਬਾਵਜੂਦ ਆਪ ਗਊਸ਼ਾਲਾ ਜਾ ਕੇ ਗਾਵਾਂ ਦੀ ਸੇਵਾ ਕਰਨੀ, ਆਪਣੇ ਸ਼ੈਲਰ ਤੇ ਖੁਦ ਗਾਵਾਂ ਵਾਸਤੇ ਉਹਨਾਂ ਦਾ ਚਾਰਾ ਜਿਹੜਾ ਲੈ ਕੇ ਆਉਣਾ। ਭਾਵੇਂ ਕਿ ਬਹੁਤ ਸਾਰੇ ਨੌਕਰ ਚਾਕਰ ਕੰਮ ਕਰਦੇ, ਲੇਕਿਨ ਫਿਰ ਵੀ ਇਹ ਉਹਨਾਂ ਦਾ ਵੱਡਾਪਨ ਸੀ। ਪਰੰਤੂ ਮਰਨ ਆਏ ਮੰਡਲ ਮੇ ਆਏ। ਅਸੀਂ ਜਦੋਂ ਇਸ ਸੰਸਾਰ ਦੇ ਵਿੱਚ ਜਨਮ ਲੈਂਦੇ ਹਾਂ, ਸਾਡੇ ਜਾਣ ਦਾ ਅੰਤਮ ਸਮਾਂ ਤੇ ਸਥਾਨ ਉਹ ਲਿਖਿਆ ਜਾਂਦਾ। ਜੇਕਰ ਮਲਹੋਤਰਾ ਪਰਿਵਾਰ ਦੀ ਗੱਲ ਕਰੀਏ, ਸਾਡੇ ਇਸ ਇਲਾਕੇ ਦਾ ਨਾਮਵਰ ਪਰਿਵਾਰ, ਮੇਰੇ ਵੱਡੇ ਵੀ ਸੀਨੀਅਰ ਐਡਵੋਕੇਟ ਸ਼੍ਰੀ S.K. ਮਲਹੋਤਰਾ ਜੀ, ਜਿਨ੍ਹਾਂ ਨੇ ਆਪਣੇ ਮਾਂ-ਬਾਪ ਤੋਂ ਜੋ ਸਿੱਖਿਆਵਾਂ ਲਈਆਂ, ਉਹਨਾਂ ਦੇ ਚੱਲਦੇ ਹੋਏ ਇਸ ਇਲਾਕੇ ਦੇ ਵਿੱਚ, ਇਸ ਜ਼ਿਲ੍ਹੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਆਪਣਾ ਨਾਮਣਾ ਖੱਟਿਆ, ਉਹ ਸਾਡੀ ਇਸ ਮਹਾਨ ਮਾਤਾ ਸ਼੍ਰੀਮਤੀ ਪੁਸ਼ਪਾ ਰਾਣੀ ਜੀ ਦੀ ਸਿੱਖਿਆ। ਜੇਕਰ ਮੈਂ ਆਪਣੀ ਮਾਂ ਤੋਂ ਬਾਅਦ ਕਿਸੇ ਮਾਂ ਦੇ ਕੋਲੋਂ ਆਸ਼ੀਰਵਾਦ ਲਿਆ ਜਿਨ੍ਹਾਂ ਨੇ ਮੈਨੂੰ ਇੰਨੀਆਂ ਸੀਸਾਂ ਦਿੱਤੀਆਂ, ਤਾਂ ਉਹ ਸਾਡੇ ਮਾਤਾ ਸ਼੍ਰੀਮਤੀ ਪੁਸ਼ਪਾ ਰਾਣੀ ਜੀ ਹੈ। ਇਸ ਪਰਿਵਾਰ ਨੇ ਸਾਡੇ ਵੀਰ ਮਨੀਸ਼ ਦੁੱਗਲ ਜੀ, ਜਿਨ੍ਹਾਂ ਨੇ ਪ੍ਰੋਸੀਕਿਊਸ਼ਨ ਦੇ ਖੇਤਰ ਦੇ ਵਿੱਚ ਬੜਾ ਨਾਮ ਨਾ ਖੱਟਿਆ, ਉਹ ਵੀ ਹਾਜ਼ਰ ਹੈ। ਸਾਡੇ ਪੰਜਾਬ ਦੇ ਕਈ ਮਹਾਨ ਜੱਜਿਸ, ਸੈਸ਼ਨ ਜੱਜਿਸ, ਉਹ ਵੀ ਅੱਜ ਸ਼ੋਕ ਸਭਾ 'ਚ ਹਾਜ਼ਰ ਹੈ। ਸਾਡੀ ਬਾਰ ਦੇ ਸਮੂਹ ਮੈਂਬਰ ਸਾਹਿਬਾਨ, ਉਹ ਵੀ ਅੱਜ ਇਸ ਸ਼ੋਕ ਸਭਾ 'ਚ ਹਾਜ਼ਰ ਹੈ। ਮੈਂ ਇਸ ਦੁੱਖ ਦੇ ਸਮੇਂ ਦੇ ਵਿੱਚ ਆਪਣੀ ਬਾਰ ਐਸੋਸੀਏਸ਼ਨ ਨਕੋਦਰ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਸਮੂਹ ਮੈਂਬਰ ਵੱਲੋਂ ਵਿਛੜੀ ਹੋਈ ਆਤਮਾ ਦੇ ਚਰਨਾਂ 'ਚ ਸ਼ਰਧਾ ਦੇ ਫੁੱਲ ਭੇਂਟ ਕਰਦਾ ਤੇ ਨਾਲ ਦੀ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਸੂਬਾ ਕਮੇਟੀ ਮੈਂਬਰ ਹੋਣ ਦੇ ਨਾਤੇ ਆਪਣੀ ਪਾਰਟੀ ਵੱਲੋਂ ਸਾਡੇ ਸੀਨੀਅਰ ਨੇਤਾ ਸ਼੍ਰੀ ਤਰਸੇਮ ਮਿੱਤਲ ਜੀ ਬੈਠੇ ਆ, ਉਹਨਾਂ ਵੱਲੋਂ, ਆਪਣੇ ਵੱਲੋਂ ਤੇ ਸਾਡੇ ਸਮੂਹ ਕਾਰਜਕਰਤਾ, ਮੰਡਲ ਪ੍ਰਧਾਨ, ਉਹਨਾਂ ਸਾਰਿਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਆਪਣਾ ਸਥਾਨ ਵਾਪਸ ਲੈਣਾ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ। ਮੈਂ ਵੀ ਜੀ ਅੱਜ ਇਸ ਮਾਈਕ ਤੇ ਖੜਾ ਮਲਹੋਤਰਾ ਪਰਿਵਾਰ ਦੀ ਬਦੌਲਤ। ਮੇਰੇ ਵਾਰਡ ਵਿੱਚ ਹੀ ਆ, ਸਭ ਤੋਂ ਪਹਿਲਾਂ ਇਹਨਾਂ ਦਾ ਆਸ਼ੀਰਵਾਦ ਲੈ ਕੇ ਮੈਂ ਆਪਣੇ ਵਾਰਡ ਦੇ ਵਿੱਚ ਖੜਾ ਹੋਇਆ ਸੀ। ਸਭ ਤੋਂ ਵੱਡੀ ਗਿਣਤੀ ਦੇ ਨਾਲ ਸ਼ਾਹਕੋਟ ਵਿੱਚੋਂ ਮੈਨੂੰ ਇਹਨਾਂ ਨੇ ਜਿਤਾਇਆ ਤੇ ਇਸ ਕਾਬਿਲ ਬਣਾਇਆ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂ, ਕਿਉਂਕਿ ਕਹਿਣੋਂ ਗੁਰੇਜ਼ ਨਹੀਂ ਕਰਦਾ, ਹਲਕਾ ਸ਼ਾਹਕੋਟ ਦੇ ਵਿਕਾਸ ਦਾ ਜਾਦੂਗਰ ਸਰਦਾਰ ਹਰਦੇਵ ਸਿੰਘ ਜੀ ਲਾਡੀ ਸ਼ੇਰੋਵਾਲੀਆ, MLA ਹਲਕਾ ਸ਼ਾਹਕੋਟ, ਪਰਿਵਾਰ ਦੇ ਨਾਲ ਬਹੁਤ ਗੂੜਾ ਰਿਸ਼ਤਾ। ਜੇ 2017 ਦਾ ਇਲੈਕਸ਼ਨ ਜਾਂ 18 ਦਾ ਇਲੈਕਸ਼ਨ, ਜਿਨ੍ਹਾਂ ਦੀ ਸ਼ੁਰੂਆਤ ਹਲਕੇ ਦੇ ਵਿੱਚੋਂ ਮਾਤਾ ਪੁਸ਼ਪਾ ਰਾਣੀ ਦੇ ਚਰਨਾਂ ਨੂੰ ਸ਼ੁਰੂ ਕੀਤੀ ਸੀ, ਉਹਨਾਂ ਨੂੰ ਬੁਲਾਵਾਂ। ਉਸ ਤੋਂ ਪਹਿਲਾਂ ਕੁਛ ਦਾਨ ਰਾਸ਼ੀ ਰਿਪੂ ਦਮਨ ਮਲਹੋਤਰਾ ਜੀ ਕੱਢੀ ਗਈ ਹੈ। ਚੌਧਰੀ ਬਰਿੰਦਰ ਜੀ ਵੱਲੋਂ ਵੀ ਸ਼ੋਕ ਮਤਾ,
ਕਮਲਨਾਥ ਜੀ ਡਾਇਰੈਕਟਰ ਜਰਨਲਿਜ਼ਮ ਦੇ ਨਾਲ ਜੁੜੇ ਮੇਰੇ ਸਾਰੇ ਪ੍ਰੈਸ ਕਲੱਬ ਦੇ ਮੈਂਬਰ ਸਾਹਿਬਾਨ ਇੱਥੇ ਬੈਠੇ, ਉਹਨਾਂ ਦਾ ਵੀ ਧੰਨਵਾਦ। ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਸ਼ੋਕਬਤਾ ਗੋਦਰੀ ਪੀਰ ਜਿਹੜੇ ਕੋਈ ਸੰਸਥਾਵਾਂ ਦੇ ਆਗੂ ਹੋਣ ਮੇਰੇ ਕੋਲ ਫੜ ਸਕਦੇ ਨੇ। ਬਾਬਾ ਜੋਗਾ ਆਸ਼ਰਮ ਨਵਾਂ ਕਿਲਾ, ਇਸਤਰੀ ਸਭਾ ਮੰਦਰ ਪੁਰਾਣੀ ਗਲੀ ਮਸਤ ਰਾਮ ਲਾਲ ਟਰਸਟ, 11ਵੀਂ ਵਾਲਾ ਪੀਰ ਧੂਰਕੋਟ ਮਹੱਲਾ, ਹਰੀਨਾਮ ਸੰਕੀਰਤਨ ਮੰਡਲੀ, ਮੁਰਲੀਦਾਸ ਸ਼ਿਵ ਮੰਦਰ, ਸ਼ਮਸ਼ਾਨ ਘਾਟ ਨਵਾਂ ਕਿਲਾ ਰੋਡ, ਕਾਲੀ ਮਾਤਾ ਦਾ ਮੰਦਰ, ਗਾਂਧੀ ਚੌਂਕ, ਲక్ష్ਮੀ ਨਾਰਾਇਣ ਮੰਦਰ, ਸ਼ਾਹਪੁਰ ਜਿੱਥੇ ਅਸ਼ੋਕ ਸਭਾ ਹੋ ਰਹੀ, ਗੁਰਦੁਆਰਾ ਸਿੰਘ ਸਭਾ, ਹਨੂਮਾਨ ਮੰਦਰ, ਠਾਕਰ ਦੁਆਰਾ ਗਊਸ਼ਾਲਾ, ਸ਼ਮਸ਼ਾਨ ਘਾਟ, ਮੋਗਾ ਰੋਡ, ਏਪੈਕਸ ਸਕੂਲ, ਉਹਨਾਂ ਵੱਲੋਂ ਵੀ ਪ੍ਰਿੰਸੀਪਲ ਸਾਹਿਬ ਆਏ, ਸ਼ਾਲੂ ਸ਼ਰਮਾ ਜੀ, ਗੁਪਤਾ ਜੀ, ਉਹਨਾਂ ਵੱਲੋਂ ਵੀ ਸ਼ੋਕਮਤਾ। ਬੇਨਤੀ ਕਰਦਾ ਸਾਰਿਆਂ ਦਾ ਪਰਿਵਾਰ ਵੱਲੋਂ ਧੰਨਵਾਦ ਕਰਨਗੇ। ਸਰਦਾਰ ਹਰਦੀਪ ਸਿੰਘ ਜੀ ਲਾਡੀ MLA ਹਲਕਾ ਸ਼ਾਹਕੋਟ, ਸਟੇਜ ਤੇ ਆਉਣ ਤੇ ਸਾਰਿਆਂ ਦਾ ਧੰਨਵਾਦ। ਮੈਂ ਸਮਝਦਾ ਸਾਡੇ ਸ਼ਹਿਰ ਨੂੰ, ਇਲਾਕੇ ਨੂੰ ਬਹੁਤ ਅਹਿਮ ਸਹਿ ਦਾ ਪਾਣਾ ਵਾਪਰਿਆ, ਜਿਹੜਾ ਨਾ ਪੂਰਾ ਹੋਣਾ। ਜਦੋਂ ਮਲਹੋਤਰਾ ਪਰਿਵਾਰ ਦੀ ਗੱਲ ਕਰੀਏ, ਇਹ ਬਹੁਤ ਇੱਕ ਵੱਡਾ ਪਰਿਵਾਰ ਹੈ ਤੇ ਨਾਮਵਰ ਪਰਿਵਾਰ ਹੈ, ਤਾਂ ਇਲਾਕੇ ਨੂੰ ਸੇਧ ਦੇਣ ਵਾਲਾ ਪਰਿਵਾਰ ਹੈ। ਅੱਜ ਮੈਂ ਦੇਖ ਰਿਹਾ ਸਾਡੇ ਸਤਿਕਾਰਯੋਗ ਮਾਤਾ ਜੀ ਪੁਸ਼ਪਾ ਰਾਣੀ ਜੀ ਬੈਠੇ ਆ ਵੱਡੇ, ਜਿਹੜੇ ਅੱਜ ਆਪਣੇ ਪੁੱਤ ਨੂੰ ਤੋੜ ਕੇ ਆਪਣੇ ਵਿੱਚ ਬੈਠੇ। ਮਾਤਾ ਜੀ ਦੀ ਅਗਵਾਈ ਤੇ ਪਰਿਵਾਰ ਚੱਲ ਰਿਹਾ। ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਸਾਡੇ ਲਾਲਾ ਜੀ ਸੁਭਾਸ਼ ਚੰਦਰ ਜੀ, ਜਿਹੜੇ ਕੋਈ 35-36 ਸਾਲ ਪਹਿਲਾਂ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਗਏ। ਉਹਨਾਂ ਤੋਂ ਬਾਅਦ ਮਾਤਾ ਜੀ ਨੇ ਸਾਰੇ ਬੱਚਿਆਂ ਨੂੰ ਬਹੁਤ ਪਿਆਰ ਨਾਲ ਹਰ ਜਗ੍ਹਾ ਤੇ ਜਿੱਥੇ ਜਿੱਥੇ ਜਿਹਦਾ ਸਥਾਨ ਸੀ ਉਹਨੂੰ ਦਿੱਤਾ ਤਾਂ ਕਿਸੇ ਮਕਾਮ ਤੇ ਪਹੁੰਚਾਉਣ ਲਈ ਉਪਰਾਲੇ ਜੀ। ਅੱਜ ਮੈਂ ਸਮਝਦਾ ਸਾਡਾ ਵੀਰ ਰਿਪਨ ਜੀ ਦੇ ਜਾਣ ਨਾਲ ਸਾਡੇ ਭਾਈਆਂ ਨੂੰ, ਅਸ਼ੋਕ ਜੀ, ਸਾਡੇ ਸ਼ਿਵਕਰ ਮਲਹੋਤਰਾ ਜੀ, ਪਦਮਨ ਜੀ, ਔਰ ਖਾਸ ਕਰਕੇ ਮੈਂ ਸਮਝਦਾ ਜਦੋਂ ਕੋਈ ਚੀਜ਼ ਸੋਚੀ ਨਾ ਹੋਵੇ ਉਹ ਹੋ ਜਾਵੇ, ਪਰਿਵਾਰ ਦੇ ਵਿੱਚੋਂ ਚਲਾ ਜਾਵੇ। ਇੱਕ ਭਰਾ ਇੱਕ ਮਹਾਨ ਦੇਖ ਦੂਏ ਦੀਆਂ। ਤੇ ਸਾਡੇ ਸਤਿਕਾਰਯੋਗ ਜਦੋਂ ਸਾਡੇ ਭੈਣ ਜੀ ਆ ਜਿਨ੍ਹਾਂ ਦੇ ਸਿਰ ਦਾ ਸਾਈਂ ਚਲਾ ਗਿਆ, ਉਹਨਾਂ ਦਾ ਅੱਜ ਪੁੱਛ ਕੇ ਵੇਖੋ ਹਾਲਾਤ ਕੀ ਹਨ। ਤੇ ਸਾਡੇ ਭਤੀਜੇ, ਮੇਰੇ ਬਹੁਤ ਹੀ ਪਿਆਰੇ ਭਤੀਜੇ ਮਨੀਸ਼ ਜੀ, ਆਸ਼ੂਤੋਸ਼ ਜੀ, ਜਿਨ੍ਹਾਂ ਦੇ ਸਿਰ ਤੋਂ ਬਾਪ ਦਾ ਸਾਇਆ ਚਲਾ ਗਿਆ। ਇਹ ਬੜਾ ਔਖਾ ਸਮਾਂ ਹੁੰਦਾ। ਤੇ ਸਾਡੀ ਬੱਚੀ ਗੋਰੀ, ਸੋ ਇਹ ਸਾਰੀ ਆਪਾਂ ਜਦੋਂ ਰਿਸ਼ਤਿਆਂ ਦੇ ਵਿੱਚ ਵੀ ਬੱਝੇ ਆ ਤੇ ਪਰਿਵਾਰਾਂ ਦੇ ਵਿੱਚ ਵੀ ਬੱਝੇ ਆ, ਉਹ ਪਰਿਵਾਰਾਂ ਦੇ ਵਿੱਚ ਜਦੋਂ ਇਹ ਔਖੀ ਘੜੀ ਆਉਂਦੀ ਤਾਂ ਆਪਾਂ ਸਾਰਿਆਂ ਨੂੰ ਪਤਾ ਬੜਾ ਔਖਾ ਸਮਾਂ ਬਤੀਤ ਹੁੰਦਾ। ਪਰ ਕਰ ਕੁਛ ਨਹੀਂ ਸਕਦੇ, ਹੁਕਮ ਪਰਮਾਤਮਾ ਦਾ ਕਰਨ ਸਚਾਈ ਹੈ। ਜਿਹੜਾ ਪ੍ਰਾਣੀ ਇਸ ਸੰਸਾਰ ਵਿੱਚ ਆਇਆ ਉਹ ਪਰਮਾਤਮਾ ਦੇ ਹੁਕਮ ਨਾਲ ਆਇਆ, ਤਾਂ ਪਰਮਾਤਮਾ ਦੇ ਹੁਕਮ ਨਾਲ ਇਸ ਫਾਨੀ ਸੰਸਾਰ ਤੋਂ ਕੁਝ ਕਰ। ਪੰਡਿਤ ਜੀ ਨੇ ਸਾਨੂੰ ਪਵਿੱਤਰ ਗੜਪ੍ਰਾਣ ਜੀ ਦੇ ਵਿੱਚੋਂ ਜ਼ਿੰਦਗੀ ਔਰ ਮੌਤ ਦੇ ਸਫ਼ਰਾਂ ਬਾਰੇ ਚਾਨਣਾ ਪਾਇਆ। ਪਰਮਾਤਮਾ ਦੇ ਆਪਾਂ ਕਿਸੇ ਵੀ ਗ੍ਰੰਥ ਨੂੰ ਦੇਖ ਲਈਏ, ਮੌਤ ਇੱਕ ਸਪਸ਼ਟ ਇਹ ਜਦੋਂ ਵੀ ਕਿਸੇ ਨੂੰ ਵੀ ਆਉਣੀ ਆ, ਜਿੰਨੇ ਵੀ ਪ੍ਰਾਣੀ ਆਪਾਂ ਸੰਸਾਰ ਵਿੱਚ ਆਉਂਦੇ ਹਰੇਕ ਨੂੰ ਆਉਣੀ। ਪਰ ਸਮਾਂ ਜਦੋਂ ਬੇਵਕਤ ਹੁੰਦਾ ਉਦੋਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ।
तो मैं समझदा अज मल्होत्रा परिवार ਦੇ ਵਿੱਚ बड़ा खिलाफ पैदा होया सारे वीर ਦੇ जान नाल। अज इस परिवार ਦੇ ਵਿੱਚ जिन्नी भी आप प्रशंसा कर लईए थोड़ी है। बड़ा परिवार तो इस परिवार ने कभी किसी गल का लोभ नहीं रखा। ये दानी परिवार है। इन्होंने हमेशा हरेक के सिर से हाथ रखा। जिस तरह सारे प्रधान जी रिहान साहब दस के गए, ये परिवार ਵੱਡਿਆਂ ਬਜ਼ੁਰਗਾਂ ਤੋਂ ਲੈ ਕੇ ਇਹ ਸੇਵਾ ਦੇ ਵਿੱਚ ਰਿਹਾ। ਮੈਂ ਸਮਝਦਾ ਜੇ ਮੈਂ ਜਿਸ ਮੰਚ ਤੇ ਹਾਂ ਤੇ ਇਹਨਾਂ ਪਰਿਵਾਰ ਦੀ ਬਦੌਲਤ ਹੈ। ਮਾਤਾ ਜੀ ਕੋਲ ਜਦੋਂ ਵੀ ਘਰ ਜਾਣਾ ਬੜਾ ਪਿਆਰ ਮਿਲਦਾ। ਅੱਜ ਮੈਂ ਮਹਿਸੂਸ ਕਰ ਰਿਹਾ ਜਿਹੜਾ ਅੱਜ ਉਹਨਾਂ ਨੂੰ ਇਸ ਉਮਰ 'ਚ ਆ ਕੇ ਇਹ ਦਿਨ ਦੇਖਣੇ ਪੈ ਰਹੇ, ਔਖਾ ਸਮਾਂ ਉਹਨਾਂ ਨੂੰ ਦੇਖਣਾ ਪੈ ਰਿਹਾ, ਪਰ ਇੱਥੇ ਕਰ ਕੁਛ ਨਹੀਂ ਸਕਦੇ। सो अज मैं समझदा सियाने दियां कहावतां खुशी वेले इकट्ठे होइए तो खुशी बढ़ती है, दुख वेले इकट्ठे होइए तो दुख घटदा। अज तुसीं बहुत ही दूर दराडियां तो चल के आए मल्होत्रा परिवार की दुख की घड़ी है। हर वर्ग का प्राणी इस जगह पर पहुंचा, चाहे ਅਸੀਂ ਬਾਹਰ ਨਕੋਦਰ ਦੀ ਗੱਲ ਕਰ ਲਈਏ, ਚਾਹੇ ਅਸੀਂ ਜਲੰਧਰ ਦੀ ਗੱਲ ਕਰ ਲਈਏ, ਚਾਹੇ ਅਸੀਂ ਹੋਰ ਆਲੇ ਦੁਆਲੇ ਦੇ ਜਿੱਥੇ ਵੀ ਸਾਡੇ ਮਲਹੋਤਰਾ ਪਰਿਵਾਰ ਦੀਆਂ ਸਾਂਝਾਂ ਇਸ ਲਾਈਨ ਦੇ ਵਿੱਚ ਸਾਡੇ ਸ਼ਿਵਕਰ ਮਲਹੋਤਰਾ ਜੀ, ਇਹਨਾਂ ਨੇ ਪਿਆਰ ਵੰਡਿਆ। ਚਾਹੇ ਸਾਡੇ ਜਸਟਿਸ ਸਾਹਿਬਾਨਾਂ ਦੀ ਗੱਲ ਕਰ ਲਈਏ, ਕਿਉਂਕਿ ਜਿੱਥੇ ਵੀ ਇਹ ਸਾਡੇ कोई भी ऑफिसर साहबान आए तो इन्होंने प्यार परिवारक प्यार बनाया। तो नाल ही वख-वख पोलीटिकल पार्टियां के लीडर साहबान तो सारे तुसीं शहर के हर संस्था के मुखी और हर खेतर के विच अगाह वधू सोच रखने वाले सारे परिवार इस परिवार की दुख की घड़ी में आए। मैं इस परिवार का मैंबर होने नाते ਤੁਹਾਡਾ ਸਾਰਿਆਂ ਦਾ ਆਇਆਂ ਦਾ ਧੰਨਵਾਦ ਕਰਦਾ। ਇੱਕ ਇੱਕ ਕਦਮ ਚੱਲਿਆ ਸਾਡੇ ਪਰਿਵਾਰ ਦੇ ਸਿਰ ਤੇ ਤੁਸੀਂ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਦੁੱਖ ਘਟਾਇਆ। ਇਹਦੇ ਨਾਲ ਪਰਿਵਾਰ ਨੂੰ ਬਹੁਤ ਵੱਡੀ ਢਾਲਸ ਮਿਲੂ, ਹੌਸਲਾ ਮਿਲੂ। ਔਰ ਮੈਂ ਅਖੀਰ ਵਿੱਚ ਬੇਨਤੀ ਕਰਦਾ, ਰਸਮ ਪਗੜੀ ਪੰਡਤ ਜੀ ਕਰਨ ਲੱਗੇ ਆ, ਉਸ ਤੋਂ ਬਾਅਦ ਗੁਰੂ ਦਾ ਲੰਗਰ ਤਿਆਰ ਆ, ਸਾਰਿਆਂ ਨੇ ਲੋੜ ਮੁਤਾਬਕ ਜ਼ਰੂਰ ਲੈਣਾ, ਛਕ ਕੇ ਜਾਣਾ। तो मैं अपने वालों अपने शेर वाले परिवार वालों अपने सारे साथियों वालों सच्चे पातशाह परमात्मा पवित्र गढ़ पुराण जी के चरणों च अरदास बेनती करना। सच्चे पातशाह परमात्मा साडे वीर नूं अपने चरणों च निवास स्थान बख्शियो, सानू सारिआं नूं भाणा मनण दा बल बख्शियो। इन्नी बेनती करता है सारी संगत तो अपनी बंदा जात गया। वाहिगुरू जी का खालसा, वाहिगुरू जी। Oh,